ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਡੇਟਲਾਈਨ ਟੋਰਾਂਟੋ। ਅੱਜ ਦਾ ਜਿਹੜਾ ਵਿਸ਼ਾ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਗੁਰਦਾਸ ਮਾਨ ਦਾ ਜਿਹੜਾ ਵਿਵਾਦਿਤ ਵਿਸ਼ਾ ਚੱਲ ਰਿਹਾ ਉਹਦੇ ਉੱਤੇ ਅਸੀਂ ਚਰਚਾ ਕਰ ਰਹੇ ਹਾਂ। ਵੈਸੇ ਤਾਂ ਬਹੁਤ ਸਾਰੇ ਟੀਵੀ ਸ਼ੋਜ਼, ਬਹੁਤ ਸਾਰੇ ਨਿਊਜ਼, ਬਹੁਤ ਸਾਰਾ ਕੁਝ ਚੱਲ ਰਿਹਾ, ਸੋਸ਼ਲ ਮੀਡੀਆ 'ਤੇ ਵੀ ਬਹੁਤ ਕੁਝ ਵਾਇਰਲ ਹੋ ਰਿਹਾ, ਲੇਕਿਨ ਟੋਰਾਂਟੋ ਜਾਂ GTA ਵਾਈਡ ਜਾਂ ਕੈਨੇਡਾ ਵਾਈਡ ਦਾ ਅਸੀਂ ਇਹ ਜਿਹੜਾ ਪ੍ਰੋਗਰਾਮ ਲੈ ਕੇ ਆਉਣੇ ਹਰੇਕ ਬੁੱਧਵਾਰ ਨੂੰ। ਤੁਹਾਡੇ ਕੀ ਵਿਚਾਰ ਨੇ, ਤੁਹਾਡੇ ਕੀ ਸੁਝਾਅ ਨੇ, ਸਕਰੀਨ ਉੱਪਰ ਚੱਲ ਰਹੇ ਨੰਬਰ ਤੇ ਤੁਸੀਂ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ। ਸਾਡੇ ਸਟੂਡੀਓ ਦੇ ਵਿੱਚ ਕੁਲਵਿੰਦਰ ਖਹਿਰਾ ਤੇ ਚਰਨਜੀਤ ਬਰਾੜ ਹਾਜ਼ਰ ਨੇ। ਇੱਕ ਮੁਹਾਰਤ ਚਰਨਜੀਤ ਬਰਾੜ ਰੱਖਦੇ ਨੇ ਆਪਣੀ ਜਿਹੜੀ ਪੱਤਰਕਾਰੀ ਦੇ ਵਿੱਚ, ਤੇ ਦੂਜੇ ਨਾਲ ਬੈਠੇ ਨੇ ਸਾਡੇ ਗਜ਼ਲ ਲਿਖਦੇ ਆ ਖਹਿਰਾ ਸਾਹਿਬ। ਅਸੀਂ ਇਹਨਾਂ ਨੂੰ ਤਾਂ ਲੈ ਕੇ ਆਏ ਹਾਂ ਵੀ ਥੋੜ੍ਹਾ ਬਹੁਤਾ ਪੰਜਾਬੀ ਦੇ ਨਾਲ ਵੀ ਪਤਾ ਤੁਹਾਨੂੰ ਲੱਗ ਜਾਵੇ ਅਸਲ ਦੇ ਵਿੱਚ ਮਾਂ ਬੋਲੀ ਤੇ ਦੂਜੀ ਭਾਸ਼ਾ ਹੁੰਦੀ ਕੀ ਹੈ, ਤੇ ਨਾਲ ਦੀ ਨਾਲ ਜਿਹੜੀਆਂ ਅੱਜ ਕੱਲ੍ਹ ਵਿਵਾਦਿਤ ਗੱਲਾਂ ਚੱਲ ਰਹੀਆਂ ਸੋਸ਼ਲ ਮੀਡੀਆ ਤੇ ਉਹਦੇ ਬਾਰੇ ਵੀ ਇਹ ਚਰਚਾ ਪਾਉਣ ਲਈ ਸਾਡੇ ਸਟੂਡੀਓ 'ਚ ਹਾਜ਼ਰ ਹੋਏ ਨੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਫਿਰ ਤੋਂ ਧੰਨਵਾਦ। ਇੱਕ ਫੋਨ ਕਾਲ ਕਾਫੀ ਦੇਰ ਤੋਂ ਹੋਲਡ ਆ, ਆਪਾਂ ਪਹਿਲਾਂ ਉਹਨਾਂ ਨੂੰ ਲੈ ਲਈਏ, ਉਸ ਤੋਂ ਬਾਅਦ ਆਪਾਂ ਗੱਲਬਾਤ ਜਾਰੀ ਕਰਦੇ ਹਾਂ। ਜੀ ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਕਾਫੀ ਦੇਰ ਤੋਂ ਹੋਲਡ ਆ ਤੇ ਤੁਸੀਂ ਆਪਣਾ ਹੁਣ ਸੁਝਾਅ ਜਾਂ ਵਿਚਾਰ ਦਿਓ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੈਂ ਇਹੀ ਕਹਿੰਦੀ ਸੀ, ਮੈਂ ਕਹਿਣਾ ਵੀ ਆਪਾਂ ਜਿੰਨਾ ਇਸ ਚੀਜ਼ ਦਾ ਮਟਿੰਡਸ ਕਰਨਾ ਪਾਉਣੇ ਆ ਉਹਨੇ ਗੰਭੀਰ ਨਹੀਂ ਇਸ ਪ੍ਰਤੀ ਆਪਾਂ ਜੀ। ਠੀਕ ਆ, ਦੇਖੋ ਸਕੂਲਾਂ ਦੇ ਵਿੱਚ ਮੰਨਦੇ ਆਪਾਂ ਇੰਗਲਿਸ਼ ਆ, ਹਿੰਦੀ ਆ ਚੱਲ ਰਹੀ ਆ, ਪਰ ਉੱਥੇ ਵੀ ਸਾਰੇ ਸਕੂਲਾਂ ਚਾਹੇ ਕਨਵੈਂਟ ਨੇ ਚਾਹੇ ਪੰਜਾਬੀ ਦੂਜੇ ਪੰਜਾਬੀ ਕੰਪਲਸਰੀ ਹਰ ਹਾਲਤ 'ਚ ਹੋਣੀ ਚਾਹੀਦੀ ਹੈ। ਪੜ੍ਹਾਈ ਬਹੁਤੇ ਸਕੂਲ ਇਹੋ ਜਿਹੇ ਹੈਗੇ ਜਿੱਥੇ ਪੰਜਾਬੀ ਉਹ ਆਪਣੀ ਚੁਆਇਸ ਦਿੰਦੇ ਨੇ, ਚਾਹੇ ਹਿੰਦੀ ਲੈ ਲਓ ਚਾਹੇ ਪੰਜਾਬੀ ਲੈ ਲਓ ਜੀ। ਬਿਲਕੁਲ, ਤੇ ਉਹ ਇੱਕ ਕੰਪਲਸਰੀ ਹੋਣੀ ਚਾਹੀਦੀ ਹੈ। ਬਾਕੀ ਘਰਾਂ ਦੇ ਵਿੱਚ ਘੱਟ ਤੋਂ ਘੱਟ ਆਪਾਂ ਇੰਨਾ ਤਾਂ ਕਰ ਸਕਦੇ ਆਪਾਂ ਘਰ ਦੇ ਵਿੱਚ ਪੰਜਾਬੀ ਬੋਲੀ, ਆਪਾਂ ਖੁਦ ਵੀ ਕਈ ਵਾਰੀ ਸ਼ਰਮ ਮੰਨਦੇ ਆ। ਉਹ ਜਿਵੇਂ ਆਪਾਂ ਕਹਿੰਦੇ ਇੱਕ ਭਈਏ ਨਾਲ ਤਾਂ ਆਪਣਾ ਸਾਰਾ ਟੱਬਰ ਹਿੰਦੀ ਬੋਲਣ ਲੱਗ ਜਾਂਦਾ। ਸਹੀ ਹੈ ਜੀ ਤੁਹਾਡੀ ਗੱਲ, ਹਨਾ। ਤੇ ਉਹ ਗੱਲ ਇਹ ਆ ਵੀ ਆਪਾਂ ਜਿੰਨਾ ਰੌਲਾ ਪਾਉਨੇ ਆ ਉਸ ਚੀਜ਼ ਪ੍ਰਤੀ ਉਹਨੇ ਗੰਭੀਰ ਨਹੀਂ ਹੋ। ਦੇਖੋ ਇਹਨਾਂ ਤਾਂ ਆਪਾਂ ਨੂੰ ਪਤਾ ਹੀ ਆ ਥੋੜਾ ਜਿਹਾ ਏਜੰਡਾ ਸਰਕਾਰ ਦਾ, ਹਨਾ, ਵੀ ਉਹ ਇੱਕੋ ਛੋਟੀਆਂ ਛੱਡ ਦੇਖਦੇ ਨੇ ਵੀ ਕਿੰਨਾ ਅਸਰ ਪੈਂਦਾ, ਦੇਖੀਏ ਕਿਤੇ ਰਾਸ ਆਉਂਦੀ ਹੈ ਗੱਲ ਕਿ ਨਹੀਂ ਆਉਂਦੀ। ਮਤਲਬ ਤੁਹਾਡੇ ਕਹਿਣ ਦਾ ਭਾਵ ਇਹ ਹੋਇਆ ਕਿ ਵੀ ਉਹ ਇੱਕ ਪੈਮਾਨਾ ਜਿਹਾ ਸਿੱਟ ਕੇ ਦੇਖਦੇ ਆ ਵੀ ਕਿੰਨੇ ਕੁ ਪਾਣੀ 'ਚ ਖੜੇ ਆ। ਬਿਲਕੁਲ ਵੀ ਕਿੰਨਾ ਅਸਰ ਪੈਂਦਾ, ਕਿੰਨਾ ਕੁ ਚੁਭਦੀ ਆ ਗੱਲ, ਕਿੰਨਾ ਅਸਰ ਪੈਂਦਾ। ਉਹ ਇਹੀ ਚੀਜ਼ ਹੈ ਇਹ ਕਿ ਉਹ ਗੁਰਦਾਸ ਮਾਨ ਨੇ ਇੱਕ ਅਲੱਗ ਦੁਖਦਾਈ ਚੀਜ਼ ਆ, ਉਹ ਪੰਜਾਬੀ ਨੇ ਆਪਣੇ ਸਿਰ ਤੇ ਬੰਦੂਕ ਰੱਖ ਲਈ। ਉਹ ਨਹੀਂ ਤਾਂ ਉੱਧਰ ਚੱਲ ਰਿਹਾ ਸੀ, ਅਮਿਤ ਸ਼ਾਹ ਨੂੰ ਕਹਿ ਰਹੇ ਸੀ ਸਾਰੇ, ਤੇ ਇਹ ਤਾਂ ਵਿੱਚ ਆ ਗਿਆ ਗੁਰਦਾਸ ਮਾਨ। ਤੇ ਇਸ ਕਰਕੇ ਇਹ ਆ ਵੀ ਆਪਾਂ ਨੂੰ ਉਸ ਪ੍ਰਤੀ ਆਪ ਗੰਭੀਰ ਹੋਣਾ ਪੈਣਾ। ਘਰਾਂ 'ਚ ਪੰਜਾਬੀ ਬੋਲਣੀ ਚਾਹੀਦੀ, ਚਾਰ ਬੰਦੇ ਇੰਗਲਿਸ਼ ਬੋਲਣ ਵਾਲੇ ਜਾਂ ਹਿੰਦੀ ਬੋਲਣ ਵਾਲੇ ਆਪਣੇ ਮੂਹਰੇ ਖੜ ਜਾਂਦੇ ਨੇ, ਉੱਥੇ ਆਪਾਂ ਥਰ ਕੰਬਣ ਦੀ ਲੋੜ ਨਹੀਂ। ਆਪਣੀ ਜਿਹੜੀ ਬੋਲੀ ਆ ਬਹੁਤ ਵਧੀਆ, ਗੁਰੂ ਗ੍ਰੰਥ ਸਾਹਿਬ ਆਪਾਂ ਪੜ੍ਹਦੇ ਆ ਗੁਰਸਿੱਖਾਂ, ਤੇ ਸਾਰੇ ਪੰਜਾਬੀ ਦੇ ਵਿੱਚ ਇਕੱਲੇ ਨਹੀਂ ਕਿ ਸਿੱਖ ਆ ਗਏ, ਹਿੰਦੂ ਨੇ, ਹੋਰ ਦੂਜਾ ਭਾਈਚਾਰਾ ਵੀ ਆਪਣਾ ਸਾਰਾ ਜੀ। ਤੇ ਆਪਣੇ ਵੀ ਮਾਣ ਵਾਲੀ ਗੱਲ ਹੈ ਇਹ, ਪਰ ਇਸ ਚੀਜ਼ ਲਈ ਥੋੜਾ ਜਿਹਾ ਗੰਭੀਰ ਹੋਣ ਦੀ ਲੋੜ ਆ। ਬਿਲਕੁਲ ਠੀਕ ਆ। ਸਾਨੂੰ ਅਸਲ ਦੇ ਵਿੱਚ ਜਿਹੜਾ ਜ਼ਮੀਨੀ ਹਕੀਕਤ ਜਾਣਨੀ ਚਾਹੀਦੀ ਹੈ, ਜਾਂ ਜ਼ਮੀਨ ਤੋਂ ਸ਼ੁਰੂ। ਉਹ ਜਿਵੇਂ ਤੁਸੀਂ ਗੁਰਬਾਣੀ ਦੀ ਗੱਲ ਕੀਤੀ ਹੈ ਤਾਂ ਉਹ ਕਹਿੰਦੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਘਰਾਂ ਤੋਂ ਸ਼ੁਰੂ ਹੋ ਕੇ ਬਾਹਰ ਵੱਲ ਨੂੰ ਵਧਣਾ ਪੈਣਾ, ਨਾ ਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੱਸਦੀ ਹਾਂ। ਮੇਰੇ ਦੋਨੋਂ ਬੇਟੇ ਕਨਵੈਂਟ ਸਕੂਲ 'ਚ ਪੜ੍ਹੇ ਨੇ, ਦੋਨਾਂ ਬੇਟਿਆਂ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਪੜ੍ਹਾਇਆ। ਵਾਹ ਵਾਹ, ਬਹੁਤ ਅੱਛਾ। ਕਿਉਂਕਿ ਮੈਨੂੰ ਇਹ ਸੀ, ਦੇਖੋ ਬੇਸ਼ੱਕ ਹੁਣ ਅੱਜ ਕੋਈ ਇੱਕ ਦੇ ਦਾੜੀ ਵੀ ਘਟਾਈ ਹੈ, ਕੋਈ ਮੈਨੂੰ ਉਹ ਨਹੀਂ, ਪਰ ਮੈਨੂੰ ਇਹ ਵੀ ਦੋਨਾਂ ਨੂੰ ਮੈਂ ਦੋ ਵਾਰੀ ਗੁਰੂ ਗ੍ਰੰਥ ਸਾਹਿਬ ਇਸ ਕਰਕੇ ਪੜ੍ਹਾਇਆ ਵੀ ਇਹਨਾਂ ਨੂੰ ਉਸ ਚੀਜ਼ ਦੀ ਸੋਝੀ ਹੋਣੀ ਚਾਹੀਦੀ ਆ, ਇਸ ਨਾਲ ਉਹਨਾਂ ਟੁੱਟ ਜਾਣੇ। ਘੱਟੋ ਘੱਟ ਜਿਹੜੀ ਜ਼ਿੰਮੇਵਾਰ ਪੇਰੈਂਟਸ ਵਾਲੇ ਜਿਹੜੇ ਉਹ ਤੁਸੀਂ ਆਪਣੀ ਜ਼ਿੰਮੇਵਾਰੀਆਂ ਨਿਭਾ ਚੁੱਕੇ ਹੋ। ਬਹੁਤ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੀਰ ਜੀ, ਥੈਂਕ ਯੂ। ਇਹਨਾਂ ਦੇ ਇੱਕ ਪੁਆਇੰਟ ਬੜਾ ਵੈਲਿਡ ਹੈ ਜੀ ਕਿ ਵਾਕਿਆ ਹੀ ਉਹਨਾਂ ਨੇ ਜਿਹੜਾ ਸੀ ਇੱਕ ਨਾ ਪਾਣੀ ਦੇ ਵਿੱਚ ਪੱਥਰ ਸੁੱਟ ਕੇ ਟੈਸਟ ਕੀਤਾ, ਕਿਉਂਕਿ ਜਦੋਂ ਹੀ ਰੌਲਾ ਪਿਆ ਤੇ ਅਮਿਤ ਸ਼ਾਹ ਦਾ ਹੀ ਬਿਆਨ ਆ ਗਿਆ ਕਿ ਮੈਂ ਇਹ ਕਦੋਂ ਕਿਹਾ ਵਾ ਕਿ ਇੱਕੋ ਭਾਸ਼ਾ ਹੋਣੀ ਚਾਹੀਦੀ, ਮੈਂ ਤੇ ਕਿਹਾ ਵੀ ਸੈਕੰਡ ਲੈਂਗੁਏਜ ਜਿਹੜੀ ਉਹ ਹਿੰਦੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਜਿਹੜੀ ਗੁਰਦਾਸ ਮਾਨ ਦੀ ਜੇ ਆਪਾਂ ਗੱਲ ਕਰੀਏ ਤੇ ਜਿੰਨੀ ਕਿ ਮੈਂ ਉਹਦੀ ਸੁਣਿਆ, ਜਿਹੜੀ ਉਹਦੀ ਗੱਲਬਾਤ ਜਿਹੜੀ ਉਹਨਾਂ ਨੇ ਪੋਰਸ਼ਨ ਜਿਹੜਾ ਰਿਲੀਜ਼ ਕੀਤਾ ਹੈ, ਉਹਦੇ ਵਿੱਚ ਉਹਨੇ ਕਿਤੇ ਵੀ ਇਹ ਗੱਲ ਨਹੀਂ ਕੀਤੀ ਕਿ ਪੰਜਾਬੀ ਨੂੰ ਛੱਡ ਕੇ ਤੁਸੀਂ ਕਰੋ। ਹਾਂਜੀ, ਉਹ ਕਹਿੰਦਾ ਕਿ ਆਪਣੀ ਮਾਂ ਬੋਲੀ ਤੇ ਪਿਆਰ ਕਰਦੇ ਹੋ, ਨਾਲ ਮਾਸੀ ਨੂੰ ਵੀ ਕਰੋ। ਹਾਂਜੀ, ਮਤਲਬ ਕਿ ਪੰਜਾਬੀ ਦੇ ਨਾਲ ਹਿੰਦੀ ਵੀ ਕਰੋ। ਉਸ ਚੀਜ਼ ਦੇ ਵਿੱਚ ਜਿਹੜਾ ਸੀ ਉਹ ਬਚ ਸਕਦਾ ਸੀਗਾ। ਹਾਂਜੀ, ਜੇ ਉਹ ਇਹ ਚੀਜ਼ ਨੋਟ ਕਰਦਾ ਕਿ ਦੇਖੋ ਵੀ ਮੈਂ ਤਾਂ ਕਿਤੇ ਵੀ ਨਹੀਂ ਕਿਹਾ ਕਿ ਪੰਜਾਬੀ ਖਤਮ ਕਰੋ ਜੀ, ਪਰ ਜਦੋਂ ਸਟੇਜ ਦੇ ਉੱਤੇ ਜੋ ਕਾਰਵਾਈ ਹੋਈ ਆ, ਹਾਂਜੀ, ਉਹ ਇੰਨੀ ਮੰਦਭਾਗੀ ਹੋ ਗਈ ਆ ਕਿ ਮੈਂ ਸਮਝਦਾ ਕਿ ਗੁਰਦਾਸ ਮਾਨ ਨੇ ਸਾਰੀ ਉਮਰ ਇੱਕ ਅੱਛਾ ਸਾਫ਼ ਸੁਥਰਾ ਗਾਇਆ, ਔਰ ਅਸੀਂ ਉੱਤੇ ਮਾਣ ਕਰਦੇ ਰਹੇ ਹੁਣ ਤੱਕ, ਜਿਹੜਾ ਉਹਨੇ ਸਾਰੀ ਉਮਰ ਜਿਹੜਾ ਕੀਤਾ। ਲੇਕਿਨ ਇਸ ਉਮਰ ਦੇ ਵਿੱਚ ਆ ਕੇ ਸਟੇਜ ਦੇ ਉੱਤੋਂ ਇਹੋ ਜਿਹੀ ਗਲਤੀ ਹੋ ਜਾਣੀ, ਜਿੱਥੇ ਕਿ ਉਮਰ ਦੇ ਹਿਸਾਬ ਦੇ ਨਾਲ ਬੰਦੇ 'ਚ ਠਰਮਾ ਆਉਂਦਾ ਹੈ, ਬੰਦਾ ਸਿੱਖਦਾ ਹੈ। ਔਰ ਗੁਰਦਾਸ ਮਾਨ ਵਰਗਾ ਸੁਲਝਾ ਹੋਇਆ ਬੰਦਾ ਜਿਹਦਾ ਨਿੱਤ ਸਟੇਜਾਂ ਦੇ ਉੱਤੇ ਵਾਹ ਪੈਂਦਾ, ਉਹ ਸ਼ਾਇਦ ਜਿਹੜਾ ਮੇਰਾ ਖਿਆਲ ਹੈ ਕਿ ਐਕਸਾਈਟਮੈਂਟ ਇਹੋ ਜਿਹੀ ਥੱਲਿਓਂ ਪੈਦਾ ਹੋ ਗਈ ਸੀਗੀ ਲੋਕਾਂ ਦੇ ਵਿੱਚੋਂ
ਕਿ ਉਸਨੇ ਜਿਹੜਾ ਉਹਨੂੰ ਇੰਨਾ ਐਕਸਾਈਟ ਕਰ ਦਿੱਤਾ ਕਿ ਉਹ ਵੈਣ 'ਚ ਵਿਆਹ ਇਹ ਭੁੱਲ ਹੀ ਗਿਆ ਕਿ ਸਟੇਜ ਦੇ ਉੱਤੋਂ ਬੋਲ ਰਿਹਾ, ਤੇ ਉਸਨੇ ਉਹ ਮੰਦਭਾਗੀ ਉਹੋ ਜਿਹੀ ਗੱਲ ਕੀਤੀ ਹੈ ਜਿਹੜੀ ਮੈਨੂੰ ਲੱਗਦਾ ਕਿ ਇਸ ਉਮਰ 'ਚ ਆ ਕੇ ਗੁਰਦਾਸ ਮਾਨ ਲਈ ਉਹ ਸੰਭਾਲਣੀ ਔਖੀ ਹੋ ਜਾਏਗੀ। ਖਹਿਰਾ ਸਾਹਿਬ, ਸੁਰਜੀਤ ਪਾਤਰ ਹੋ ਰਹੀ ਤੇ ਗੁਰਪ੍ਰੀਤ ਘੁੱਗੀ ਦੇ ਇੱਕ ਦੋ ਹੋਰ ਜਿਹੜੇ ਆ ਜਿਹਨੂੰ ਆਪਾਂ ਸੁਹਿਰਦ ਕਹਿੰਦੇ ਆ ਲੋਕ, ਉਹਨਾਂ ਨੇ ਵੀ ਆਪਣੇ ਜਿਹੜੇ ਬਿਆਨ ਦਿੱਤੇ ਨੇ ਨਿਊਜ਼ ਚੈਨਲ ਤੇ, ਤੁਸੀਂ ਵੀ ਦੇਖਿਆ ਹੋਣਾ ਕਿ ਪਾਤਰ ਸਾਹਿਬ ਨੇ ਕਿਹਾ ਵੀ ਅਸੀਂ ਉਮੀਦ ਹੀ ਨਹੀਂ ਕਰ ਸਕਦੇ ਵੀ ਗੁਰਦਾਸ ਮਾਨ ਵੀ ਇਹ ਗੱਲ ਕਹਿ ਸਕਦਾ। ਤੇ ਚਰਨਜੀਤ ਜੀ, ਜੇ ਅਗਰ ਸੰਖੇਪ ਦੇ ਵਿੱਚ ਮੈਂ ਤੁਹਾਡੇ ਤੋਂ ਜਾਣਨਾ ਚਾਹਣਾ, ਇਹ ਅਸਲ ਦੇ ਵਿੱਚ ਅੱਜ ਕੱਲ ਤੁਸੀਂ ਦੇਖ ਰਹੇ ਹੋ ਕਿ ਵੀ ਨੈਗੇਟਿਵ ਤਰੀਕੇ ਦੇ ਨਾਲ ਜਿਹੜਾ ਪ੍ਰੋਪੇਗੈਂਡਾ ਜ਼ਿਆਦਾ ਹੁੰਦਾ ਹੈ, ਕਿਤੇ ਨਾ ਕਿਤੇ ਇਸ ਤਰ੍ਹਾਂ ਤਾਂ ਨਹੀਂ ਲੱਗ ਰਿਹਾ ਕਿ ਨੈਗੇਟਿਵ ਕਰਕੇ ਕੋਈ ਆਪਣੀ ਜਿਹੜਾ ਉਹ ਵੱਧ ਤੋਂ ਵੱਧ ਆਪਣੇ ਜਿਹੜੇ ਵਿਊਜ਼ ਦੀ ਗੱਲ ਅੱਜ ਕੱਲ ਚੱਲਦੀ ਆ ਵੀ ਮਿਲੀਅਨਸ ਆਫ ਮਿਲੀਅਨ ਜਿਹੜੇ ਵਿਊਸ਼ਿਪ ਵਧਾਓ, ਤੇ ਮੈਂ ਗੁਰਦਾਸ ਮਾਨ ਹੋਰਾਂ ਦੇ ਨਾਲ ਇਹ ਗੱਲ ਜੋੜ ਕੇ ਨਹੀਂ ਕਰ ਰਿਹਾ, ਲੇਕਿਨ ਦੂਜੇ ਪਾਸੇ ਮੈਂ ਜੇ ਐਲੀ ਮਾਂਗੜ ਤੇ ਰਮੀ ਰੰਧਾਵਾ ਦਾ ਜਿਹੜਾ ਮਸਲਾ ਹੈ ਉਹ ਬੜਾ, ਅਸੀਂ ਥੋੜੀ ਦੇਰ ਪਹਿਲਾਂ ਗੱਲ ਕਰ ਰਹੇ ਸੀ ਕਿ ਸਾਡੇ ਅੰਦਰ ਇੱਕ ਰੋਲ ਮਾਡਲ ਅਕਸ ਬਣਦਾ ਹੈ ਕਿ ਆਹ ਬੰਦੇ ਵਰਗਾ ਯਾਰ ਮੈਂ ਬਣਨਾ ਚਾਹਣਾ, ਆਹ ਬੰਦੇ ਵਰਗੀ ਮੇਰੇ ਕੋਲੇ ਯਾਰ ਮੈਂ ਜੌਬ ਹੋਣੀ ਚਾਹੀਦੀ ਹੈ ਜਾਂ ਮੇਰੀ ਐਜੂਕੇਸ਼ਨ ਹੋਣੀ ਚਾਹੀਦੀ ਹੈ। ਮੈਂ ਫਿਰ ਉੱਥੇ ਆ ਰਿਹਾ, ਜਿਹੜੇ ਸਾਨੂੰ ਸਾਡੀ ਨੁਮਾਇੰਦਗੀ ਕਰਦੇ ਆ ਅਕਸਰ ਹੀ ਹੈ ਸਾਡੇ ਲਈ ਉਹ ਰੋਲ ਮਾਡਲ ਬਣ ਜਾਂਦੇ ਆ। ਇਹਦੇ ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਐਲੀ ਮਾਂਗੜ ਜੇ ਰਮੀ ਰੰਧਾਵਾ ਦੀ ਗੱਲ ਕਰੀਏ ਜਾਂ ਫਿਰ ਸਿੱਧੂ ਮੂਸੇਵਾਲੇ ਜਾਂ ਹੋਰ ਇਹਨਾਂ ਦੀ ਗੱਲ ਕਰੀਏ, ਮੈਂ ਗੁਰਦਾਸ ਮਾਨ ਤੋਂ ਥੋੜਾ ਪਾਸੇ ਹਟ ਕੇ ਗੱਲ ਕਰ ਰਿਹਾ ਕਿਉਂਕਿ ਮਸਲਾ ਵੱਖਰਾ ਦੋਨਾਂ ਦਾ। ਤੇ ਅਸੀਂ ਕੀ ਸਮਝਦੇ ਆ ਕਿ ਸਾਨੂੰ ਉਹਨਾਂ ਦਾ ਰੋਲ, ਹੁਣ ਜਿਵੇਂ ਜੇ ਹੁਣ ਗੈਂਗ ਵਾਰਸ ਦੀ ਗੱਲ ਕਰੀਏ, ਬਹੁਤ ਸਾਰੇ ਸ਼ੋਅ ਸਿੱਧੂ ਮੂਸੇਵਾਲੇ ਦੇ ਨਹੀਂ ਹੋਣ ਦਿੱਤੇ ਗਏ ਵੈਨਕੂਵਰ ਦੇ ਵਿੱਚ, ਫਿਰ ਉਸ ਤੋਂ ਬਾਅਦ ਕਰਨ ਔਜਲਾ, ਕਾਫੀ ਮਤਲਬ ਇਸ ਤਰ੍ਹਾਂ ਦੇ ਜਿਹੜੇ ਵਿਵਾਦਤ ਜਿਹੜੇ ਕਲਾਕਾਰ ਕਹਿ ਲਓ, ਉਹਨਾਂ ਦੇ ਜਿਹੜੇ ਸ਼ੋਅ ਕੈਂਸਲ ਕਰ ਦਿੱਤੇ ਗਏ। ਇਹਨਾਂ ਕਲਾਕਾਰਾਂ ਨੂੰ ਦੇਖ ਕੇ ਸਾਡੇ ਬੱਚੇ ਇਸ ਤਰ੍ਹਾਂ ਲੱਗਦੇ ਨੇ ਜਾਂ ਸਾਡੇ ਬੱਚਿਆਂ 'ਚ ਪਹਿਲਾਂ ਹੀ ਇਹ ਜਾਂ ਕੁਝ ਹੁੰਦਾ ਕਿ ਜਾਂ ਤੁਸੀਂ ਕੀ ਸਮਝਦੇ ਹੋ ਕਿ ਸਾਨੂੰ ਰੋਲ ਮਾਡਲ ਫਿਰ ਨਹੀਂ ਬਣਾਉਣੇ ਚਾਹੀਦੇ ਇਹ ਜਿਹੜਾ ਸਾਡੀ ਨੁਮਾਇੰਦਗੀ ਕਰ ਰਿਹਾ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜੇ ਗਾਇਕ ਹੁੰਦੇ ਨੇ ਨਾ, ਮੈਂ ਗੁਰਦਾਸ ਮਾਨ ਜੀ ਤੇ ਆਉਣਾ, ਮੇਰੇ ਮਨ 'ਚ ਗੁਰਦਾਸ ਮਾਨ ਜੀ ਦੀ ਬੜੀ ਰਿਸਪੈਕਟ ਆ। ਗੁਰਦਾਸ ਮਾਨ ਜੀ ਸੋਹਣਾ ਗਾਉਂਦੇ ਨੇ, ਪਹਿਲਾਂ ਤੋਂ ਸੋਹਣਾ ਗਾਇਆ, ਬੜੀਆਂ ਚੰਗੀਆਂ ਗੱਲਾਂ ਗਾਈਆਂ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਦਾ ਇੱਕ ਵਿਚਾਰ ਆ ਵੀ ਇੱਕ ਦੇਸ਼ ਤੇ ਇੱਕ ਬੋਲੀ। ਖਹਿਰਾ ਸਾਹਿਬ ਬੈਠੇ ਨੇ, ਮੇਰਾ ਵਿਚਾਰ, ਕਿਸੇ ਹੋਰ ਦੋਸਤ ਮਿੱਤਰ ਦਾ ਵਿਚਾਰ ਇਹ ਹੈ ਕਿ ਵੀ ਨਹੀਂ, ਅਲੱਗ-ਅਲੱਗ ਸੱਭਿਆਚਾਰਾਂ ਦੀ ਅਲੱਗ-ਅਲੱਗ ਬੋਲੀ ਹੋਣੀ ਚਾਹੀਦੀ ਹੈ। ਇੱਕ ਵਿਚਾਰ ਤੇ ਸਾਡੀ ਭਿੰਨਤਾ ਨਾ, ਠੀਕ ਹੈ ਕਿ ਨਹੀਂ, ਇਹ ਵਿਚਾਰ ਤੇ ਸਾਡੀ ਭਿੰਨਤਾ ਸਾਨੂੰ ਐਕਸੈਪਟ ਕਰਨਾ ਚਾਹੀਦਾ ਜੀ। ਜਿਹੜੇ ਇਹ ਕਹਿੰਦੇ ਨੇ ਕਿ ਮਲਟੀਕਲਚਰ ਹੋਣਾ ਚਾਹੀਦਾ, ਅਲੱਗ-ਅਲੱਗ ਬੋਲੀਆਂ ਨੂੰ ਪ੍ਰਫੁੱਲਤ ਹੋਣਾ ਚਾਹੀਦਾ, ਹਾਂਜੀ, ਉਹਨਾਂ ਨੂੰ ਇਹ ਗੱਲ ਐਕਸੈਪਟ ਕਰਨੀ ਚਾਹੀਦੀ ਵੀ ਗੁਰਦਾਸ ਮਾਨ ਦਾ ਇਹ ਵਿਚਾਰ ਸਾਡੇ ਨਾਲ ਮੇਲ ਨਹੀਂ ਖਾਂਦਾ। ਸੰਵਾਦ ਹੋਣਾ ਚਾਹੀਦਾ। ਮੈਨੂੰ ਇਸ ਗੱਲ ਤੇ ਨਾ ਜਿਹੜੇ ਪ੍ਰੋਟੈਸਟ ਕਰਦੇ ਨੇ, ਇਹ ਨਹੀਂ ਗੱਲ ਵੀ ਮੈਂ ਪ੍ਰੋਟੈਸਟ ਕਰਨ ਵਾਲਾ ਦਾ ਕਾਰਨ ਜਾਇਜ਼ ਹੋ ਸਕਦਾ, ਪਰ ਪ੍ਰੋਟੈਸਟ ਨਾ ਇੱਕ ਇਹੋ ਜਿਹਾ ਹਥਿਆਰ ਹੁੰਦਾ, ਉਹ ਐਕਸਟ੍ਰੀਮ ਕੰਡੀਸ਼ਨਸ ਦੇ ਵਿੱਚ ਵਰਤਿਆ ਜਾਂਦਾ ਹੁੰਦਾ। ਇਹ ਨਹੀਂ ਵੀ ਹਰ ਗੱਲ ਤੇ ਤੁਸੀਂ ਚੱਕ ਕੇ ਪ੍ਰੋਟੈਸਟ ਕਰ ਦਿਓ। ਗੁਰਦਾਸ ਮਾਨ ਜੀ ਨੇ ਗੱਲ ਕਹੀ, ਇਹ ਪਹਿਲੀ ਗੱਲ ਤਾਂ ਮੀਡੀਆ ਵਾਲੇ ਦੀ ਗਲਤੀ, ਕਿਉਂਕਿ ਉਹ ਗਾਇਕ ਨੇ, ਪਰਫਾਰਮਰ ਨੇ, ਉਹ ਭਾਸ਼ਾ ਦੇ ਮਾਹਰ ਨਹੀਂ ਹੈ ਗੁਰਦਾਸ ਮਾਨ ਜੀ। ਉਹ ਨਾ ਗਿਣੇ ਚੁਣੇ ਸ਼ਬਦ ਚੁੱਕਦੇ ਨੇ ਜਿਹੜੇ ਲੋਕਾਂ ਨੂੰ ਅਪੀਲ ਕਰਦੇ ਨੇ, ਪਲੀਜ਼ ਕਰਦੇ ਨੇ, ਤੇ ਲੋਕਾਂ ਦੀਆਂ ਇਮੋਸ਼ਨਸ ਨੂੰ ਵਰਤ ਕੇ ਆਪ ਗਾ ਕੇ ਲੋਕਾਂ ਨੂੰ ਰਵਾ ਕੇ ਜਾਂ ਹਸਾ ਕੇ ਆਪਣੀਆਂ ਟਿਕਟਾਂ ਵਿਕਦੀਆਂ। ਤੇ ਮੈਂ ਪਹਿਲਾਂ ਹੀ ਕਹਤਾ, ਕੋਈ ਇਤਰਾਜ਼ ਨਹੀਂ, ਇੱਥੇ ਸਾਰਾ ਕੁਝ ਵਿਕਦਾ। ਗੁਰਦਾਸ ਮਾਨ ਜੀ ਭਾਸ਼ਾ ਦੇ ਮਾਹਰ ਨਹੀਂ। ਜੇ ਉਹਨਾਂ ਨੇ ਭਾਸ਼ਾ ਸੰਬੰਧੀ ਸਟਰਗਲ ਕੀਤਾ ਹੁੰਦਾ, ਉਹਨਾਂ ਨੇ ਉਹ ਕੌਮਾਂ ਦਾ ਸਟਰਗਲ ਪੜ੍ਹਿਆ ਹੁੰਦਾ ਜਿਨ੍ਹਾਂ ਨੇ ਆਪਣੀ ਭਾਸ਼ਾ ਨੂੰ ਜਿਉਂਦਾ ਰੱਖਣ ਲਈ, ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਜਿਉਂਦਾ ਰੱਖਣ ਲਈ, ਆਪਣੀ ਬੋਲੀ ਨੂੰ ਜਿਉਂਦਾ ਰੱਖਣ ਲਈ ਜਿਨ੍ਹਾਂ ਨੇ ਜਾਨਾਂ ਤੱਕ ਦੇਤੀਆਂ, ਤਾਂ ਗੁਰਦਾਸ ਮਾਨ ਇਹ ਗੱਲ ਨਾ ਕਹਿੰਦੇ। ਇਹਦਾ ਮਤਲਬ ਇਸ ਗੱਲ ਤੋਂ ਇਗਨੋਰੈਂਟ ਨੇ। ਇਸ ਗੱਲ ਤੇ ਸੰਵਾਦ ਹੋ ਸਕਦਾ ਸੀ। ਇਹ ਵੀ ਸਾਡੀ ਜਿਹੜੀ ਕਮਿਊਨਿਟੀ ਆ ਨਾ, ਇਹਦੇ 'ਚ ਮਾੜੀ ਗੱਲ ਆ ਵੀ ਮਾੜੀ ਜੀ ਗੱਲ। ਚਰਨਜੀਤ ਜੀ, ਮੈਂ ਵਿੱਚ ਤੁਹਾਨੂੰ ਮਾਫ ਕਰਨਾ ਟੋਕ ਰਿਹਾ ਕਿ ਜਦੋਂ ਇਹ ਇੱਕ ਭਾਸ਼ਾ ਤੇ ਇੱਕ ਬੋਲੀ ਦਾ ਜਿਹੜਾ ਇਹ ਸਵਾਲ ਪੁੱਛੇ ਜਾਣਾ, ਇੱਕ ਦੇਸ਼ ਤੇ ਇੱਕ ਬੋਲੀ, ਉਹ ਜਿਹੜੀ ਆ ਜੋ ਵੀ ਰਾਸ਼ਟਰ ਦੀ ਗੱਲ ਹੋਈ ਆ, ਲੇਕਿਨ ਸੇਮ ਉਸੇ ਟਾਈਮ ਗੁਰਦਾਸ ਮਾਨ ਵੱਲੋਂ ਇਹ ਗੱਲ ਕਹਿਣੀ ਕਿ ਵੀ ਹਾਂ ਵੀ ਇਹ ਹੋਣਾ ਚਾਹੀਦਾ, ਇਹ ਕਿੱਧਰ ਨੂੰ ਜਾਂਦੀ ਗੱਲ? ਖਹਿਰਾ ਸਾਹਿਬ, ਤੁਸੀਂ ਇਹਦੇ ਤੇ ਥੋੜਾ ਜਿਹਾ ਵਿਚਾਰ ਰੱਖੋ। ਮੈਂ ਪਹਿਲਾਂ ਵੀ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਜੇ ਤੇ ਆਪਾਂ ਇਹ ਗੱਲ ਕਰਦੇ ਹਾਂ ਕਿ ਠੀਕ ਹੈ ਕਿ ਸਾਡੀ ਇੱਕ ਅਸੀਂ ਜਿਹੜੀ ਭਾਸ਼ਾ ਘਰ 'ਚ ਬੋਲਦੇ ਹਾਂ, ਹਾਂਜੀ, ਦੂਸਰੀ ਭਾਸ਼ਾ ਅਸੀਂ ਬਾਹਰ ਬੋਲਦੇ ਹਾਂ, ਹਾਂਜੀ। ਹੁਣ ਜੇ ਮੰਨ ਲਓ ਆਪਾਂ ਜੇ ਕੈਨੇਡਾ ਦੀ ਗੱਲ ਕਰਨੀ ਹੋਵੇ ਤੇ ਅਸੀਂ ਆਪਸ ਵਿੱਚ ਪੰਜਾਬੀ ਬੋਲ ਸਕਦੇ ਹਾਂ, ਜਦੋਂ ਦੂਸਰੇ ਨਾਲ ਗੱਲ ਕਰਨੀ ਸਾਨੂੰ ਇੰਗਲਿਸ਼ ਬੋਲਣ ਦੀ ਲੋੜ ਹੈ, ਹਾਂਜੀ। ਤੇ ਜੇ ਆਪਾਂ ਇਹ ਕਹਿ ਦਿੱਤਾ ਜਾਵੇ ਕਿ ਭਾਈ ਆਪਾਂ ਪੰਜਾਬੀ ਬੱਚਿਆਂ ਨੂੰ ਸਿਖਾਉਣੀ ਬਹੁਤ ਜ਼ਰੂਰੀ ਹੈ, ਪਰ ਸਾਨੂੰ ਆਪ ਵੀ ਨਾਲ ਅੰਗਰੇਜ਼ੀ ਸਿੱਖਣੀ ਚਾਹੀਦੀ ਤਾਂ ਕਿ ਅਸੀਂ ਬਾਹਰ ਕਮਿਊਨੀਕੇਟ ਕਰ ਸਕੀਏ, ਉੱਥੋਂ ਤੱਕ ਤਾਂ ਗੱਲ ਜਾਇਜ਼ ਹੈ ਜੀ। ਪਰ ਜੇ ਸਾਨੂੰ ਕੋਈ ਇਹ ਕਹਿੰਦਾ
ਕਿ ਤੁਸੀਂ ਪੰਜਾਬੀ ਨੂੰ ਭੁੱਲ ਕੇ ਹੁਣ ਜਿਵੇਂ ਕਿ ਜਿਹੜਾ ਮੈਲਟਿੰਗ ਪੋਟ ਅਮਰੀਕਾ ਦਾ ਜਿਹੜਾ ਕਨਸੈਪਟ ਹੈ, ਸਾਡਾ ਮਲਟੀਕਲਚਰਲ ਇੱਥੋਂ ਦਾ ਕੈਨੇਡਾ ਦਾ ਹੈ, ਉਹ ਕਹਿੰਦੇ ਨੇ ਕਿ ਇੱਕ ਭਾਸ਼ਾ ਹੋਣੀ ਚਾਹੀਦੀ ਹੈ। ਜੇ ਸਾਨੂੰ ਪੰਜਾਬੀ ਭੁੱਲ ਕੇ ਕੋਈ ਕਹਿ ਰਿਹਾ ਕਿ ਤੁਸੀਂ ਹਿੰਦੀ ਸਿੱਖੋ ਤੇ ਫਿਰ ਉਹ ਸਾਡੇ ਵਿਰੁੱਧ ਜਾ ਰਹੀ ਹੈ ਗੱਲ। ਹਾਂਜੀ, ਹੁਣ ਗੁਰਦਾਸ ਮਾਨ ਦੀ ਗੱਲ ਦੇ ਵਿੱਚ ਇਹ ਲੱਭਣ ਵਾਲੀ ਗੱਲ ਹੈ ਕਿ ਕੀ ਉਹ ਇਹ ਕਹਿ ਰਿਹਾ ਵਾ ਕਿ ਤੁਸੀਂ ਪੰਜਾਬੀ ਭੁੱਲ ਕੇ ਹਿੰਦੀ ਸਿੱਖੋ, ਕਿ ਜਾਂ ਇਹ ਕਹਿ ਰਿਹਾ ਕਿ ਤੁਸੀਂ ਮਾਂ ਨੂੰ ਵੀ ਪਿਆਰ ਕਰੋ ਤੇ ਮਾਸੀ ਨੂੰ ਵੀ ਕਰੋ, ਮਤਲਬ ਕਿ ਦੋਨਾਂ ਨੂੰ ਸਿੱਖੋ। ਜੇ ਉਹ ਵਾਕਈ ਉਹ ਗੱਲ ਇਸ ਤਰ੍ਹਾਂ ਕਹਿ ਰਿਹਾ। ਪਰ ਇੱਕ ਗੱਲ ਹੋਰ ਇੱਥੇ ਨਾਲ ਜੁੜਦੀ ਆ, ਇੱਥੇ ਜਿਹੜਾ ਪ੍ਰੋਟੈਸਟਕਾਰੀਆਂ ਦਾ ਜਿਹੜਾ ਇਹ ਆ ਰਿਹਾ ਜਾਂ ਪ੍ਰਦਰਸ਼ਨਕਾਰੀਆਂ ਦਾ ਜੋ ਵੀ ਬਿਆਨ ਹੈ ਵੀ ਸੁਣਿਆ ਸਾਰਿਆਂ ਨੇ, ਉਹ ਇੱਥੇ ਕਹਿ ਰਹੇ ਵੀ ਮਾਸੀ ਦਾ ਜ਼ਿਆਦਾ ਇਹ ਜਾ ਰਿਹਾ, ਜਦ ਕਿ ਮਾਂ ਨੇ ਨੂੰ ਬਹੁਤਾਂ ਤਾਂ ਲੈ ਕੇ ਗਏ ਆ। ਮੇਰਾ ਖਿਆਲ ਕਿ ਸ਼ਾਇਦ ਉਹ ਕਈ ਵਾਰੀ ਸਾਡਾ ਨਾ ਜਿਹੜਾ ਹੈਗਾ, ਸਾਨੂੰ ਜਦੋਂ ਸਾਡੇ ਵਿਰੁੱਧ ਕੋਈ ਗੱਲ ਜਾਂਦੀ ਹੈ ਸਾਨੂੰ ਤਲਖੀ ਜ਼ਿਆਦਾ ਹੁੰਦੀ ਹੈ, ਸ਼ਾਇਦ ਇਹ ਗੱਲ ਹੋਵੇ। ਮੈਂ ਬਰਾੜ ਸਾਹਿਬ ਨਾਲ ਬਿਲਕੁਲ ਇਸ ਗੱਲ ਦੇ ਉੱਤੇ ਸਹਿਮਤ ਹਾਂ ਕਿ ਪ੍ਰੋਟੈਸਟ ਤੋਂ ਪਹਿਲਾਂ ਉਹਨਾਂ ਨਾਲ ਬੈਠ ਕੇ ਗੱਲਬਾਤ ਹੋਣੀ ਚਾਹੀਦੀ ਸੀ। ਹੋਰ ਕਿਸੇ ਜਿਹੜਾ ਮੀਡੀਆ ਸੰਚਾਰ ਦੇ ਰਾਹੀਂ ਜੇ ਉਹਨਾਂ ਨਾਲ ਗੱਲ ਹੋਣੀ ਚਾਹੀਦੀ ਸੀ ਕਿ ਤੁਸੀਂ ਇਹਨੂੰ ਸਪਸ਼ਟ ਕਰੋ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਸਾਰੀ ਉਮਰ ਤੁਸੀਂ ਪੰਜਾਬੀ 'ਚ ਗਾਇਆ, ਤੁਸੀਂ ਕੀ ਹੁਣ ਇਹ ਕਹਿ ਰਹੇ ਹੋ ਕਿ ਪੰਜਾਬੀ ਨੂੰ ਭੁੱਲ ਕੇ ਕਿ ਹਿੰਦੀ ਸਿੱਖੀ ਜਾਵੇ ਜਾਂ ਕੀ ਕਹਿ ਰਹੇ ਹੋ? ਉਸ ਤੋਂ ਬਾਅਦ ਜੇ ਗੁਰਦਾਸ ਮਾਨ ਉਸ ਗੱਲ ਤੇ ਸਟੈਂਡ ਲੈਂਦੇ ਕਿ ਨਹੀਂ ਮੈਂ ਇਹੋ ਹੀ ਕਹਿ ਰਿਹਾ ਕਿ ਹਾਂ ਹਿੰਦੀ ਸਿੱਖੋ, ਤੇ ਫਿਰ ਪ੍ਰੋਟੈਸਟ ਜਾਇਜ਼ ਸੀਗਾ। ਪਰ ਇੱਕਦਮ ਪ੍ਰੋਟੈਸਟ ਕਰਕੇ ਉਹਦੇ ਪ੍ਰੋਗਰਾਮ ਵਿੱਚ ਖਲਲ ਪਾਉਣਾ, ਮੇਰਾ ਖਿਆਲ ਹੈ ਕਿ ਸ਼ਾਇਦ ਅਸੀਂ ਨਾ ਇੱਕ ਸਟੈਪ ਬਹੁਤ ਤੇਜ਼ੀ ਨਾਲ ਲੈ ਗਏ। ਹਾਂਜੀ, ਸ਼ਾਇਦ ਅਸੀਂ ਗੁਰਦਾਸ ਮਾਨ ਨੂੰ ਜਿਹੜਾ ਇਹ ਮੌਕਾ ਨਹੀਂ ਦਿੱਤਾ ਉਹਨੂੰ ਸਪਸ਼ਟ ਕਰਨ ਦਾ ਕਿ ਉਹ ਕਹਿਣਾ ਕੀ ਚਾਹੁੰਦਾ। ਹਾਂਜੀ, ਮਤਲਬ ਸਪਸ਼ਟੀਕਰਨ ਹਾਲੇ ਤੱਕ ਵੀ ਕੋਈ ਨਹੀਂ ਆਇਆ। ਹੋ ਸਕਦਾ ਅੱਜ ਜਿਵੇਂ ਉਹ ਗੁਰਦਾਸ ਮਾਨ ਪੰਜਾਬ ਪਹੁੰਚੇ ਆ ਇਸ ਤੋਂ ਬਾਅਦ, ਤੇ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਸ਼ਾਇਦ ਉਹ ਆਪਣੀ ਵੀਡੀਓ ਵਗੈਰਾ ਜਾਂ ਆਪਣੇ ਦੋਸਤਾਂ ਨਾਲ ਰਲ ਮਿਲ ਕੇ ਕੋਈ ਵੀਡੀਓ ਵਗੈਰਾ ਲਾਂਚ ਕਰਨ ਜਾਂ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ, ਤਾਂ ਕਿ ਸ਼ਾਇਦ ਉਹਨਾਂ ਦਾ ਜਿਹੜਾ ਸਪਸ਼ਟੀਕਰਨ ਹੈ ਜਿਵੇਂ ਤੁਸੀਂ ਦੱਸਿਆ ਉਹ ਸਾਹਮਣੇ ਜਲਦੀ ਕੁਝ ਦਿਨਾਂ ਦੇ ਵਿੱਚ ਹੋ ਸਕਦਾ ਆਵੇਗਾ। ਅਸੀਂ ਉਮੀਦ ਕਰਦੇ ਹਾਂ। ਪਰ ਇਹ ਵੀ ਗੱਲ ਜਿਹੜੀ ਇੱਕ ਸਵਾਲੀਆ ਬਣ ਜਾਂਦੀ ਹੈ ਕਿ ਗੁਰਦਾਸ ਮਾਨ ਨੇ ਹੁਣ ਤੱਕ ਸਪਸ਼ਟੀਕਰਨ ਦਿੱਤਾ ਕਿਉਂ ਨਹੀਂ? ਹਾਂਜੀ, ਇਹ ਗੱਲ ਜਿਹੜੀ ਹੈ ਉਹਨਾਂ ਦੇ ਅਗੇਂਸਟ ਜਾ ਰਹੀ ਹੈ ਕਿ ਸ਼ਾਇਦ ਉਹ ਸੱਚੀ ਇਹ ਕਹਿਣਾ ਚਾਹੁੰਦੇ ਹੋਣ ਕਿ ਤੁਸੀਂ ਪੰਜਾਬੀ ਭੁੱਲ ਕੇ ਹਿੰਦੀ ਸਿੱਖੋ। ਦੂਸਰੀ ਗੱਲ ਮੈਂ ਇਹਦੇ 'ਚ ਥੋੜੀ ਜਿਹੀ ਐਡ ਕਰਨੀ ਚਾਹੁੰਦਾ ਬਈ ਲੋਕਾਂ ਦੇ, ਸਾਡੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਇਹ ਆ ਵੀ ਪੰਜਾਬੀ ਭਾਸ਼ਾ ਜਿਹੜੀ ਹੈ ਗਾਲਾਂ ਦੀ ਭਾਸ਼ਾ। ਇਹ ਬੜਾ ਧਿਆਨ ਦੇਣ ਵਾਲੀ ਗੱਲ ਆ। ਮਤਲਬ ਜਿਹੜਾ ਵਿਅਕਤੀ ਕੋਈ ਗਾਲ ਸੁਣਦਾ ਜਾਂ ਸਾਹਮਣੇ ਗਾਲ ਕੱਢਦਾ, ਹਾਲਾਂਕਿ ਆਪ ਵੀ 100 ਵਾਰੀ ਗਾਲ ਕੱਢਦਾ ਹੋਵੇ, ਰਾਣਾ ਰਣਵੀਰ ਦਾ ਇੱਕ ਨਾਟਕ ਆ, ਉਹਨੇ ਬੜੀ ਤਰੀਕੇ ਨਾਲ ਸਪਸ਼ਟ ਕੀਤਾ ਹੋਇਆ, ਉਹਨਾਂ ਦੇ ਮਨ 'ਚ ਇਹ ਗੱਲ ਪਾਉਣ ਵਾਲੀ ਆ। ਉਹਨਾਂ ਨੂੰ ਸਮਝਣਾ ਚਾਹੀਦਾ ਹੈ ਵੀ ਸਾਡੀ ਭਾਸ਼ਾ ਗਾਲਾਂ ਦੀ ਭਾਸ਼ਾ ਨਹੀਂ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਨਾ ਤਾਂ ਮਾੜੀ ਤੋਂ ਮਾੜੇ ਕਿਰਦਾਰ ਦੇ ਲਈ ਇੰਨੇ ਭਾਰੇ ਸ਼ਬਦ ਗੁਰੂ ਸਾਹਿਬ ਨੇ ਵਰਤੇ ਨੇ ਵੀ ਬੰਦਾ ਚਿੱਤ ਹੋ ਜਾਂਦਾ ਸ਼ਬਦਾਂ ਦੇ ਨਾਲ, ਉਹਨੂੰ ਗਾਲ ਕੱਢਣ ਦੀ ਲੋੜ ਨਹੀਂ। ਜਿਹੜਾ ਗੁਰਦਾਸ ਮਾਨ ਜੀ ਨੇ ਗਾਲ ਕੱਢ ਕੇ ਆਪਦੇ ਉੱਤੇ ਇੱਕ ਲੇਬਲ ਲਵਾ ਲਿਆ ਨਾ, ਉਹ ਉਹਨਾਂ ਨੇ ਬਹੁਤ ਮਾੜਾ ਕੀਤਾ। ਇਹ ਜਿਹੜਾ ਲਾਸ਼ਨ ਲੱਗਿਆ ਨਾ ਉਹਨਾਂ ਤੇ, ਇਹ ਮੈਨੂੰ ਲੱਗਦਾ ਵੀ ਠੀਕ ਹੈ, ਇਹ ਜਲਦੀ ਕਿਤੇ ਨਾ ਕਿਤੇ ਇਹਦੇ ਬਾਰੇ ਵੀ ਸਪਸ਼ਟੀਕਰਨ ਆ ਜਾਊਗਾ ਜਾਂ ਹੋਰ। ਪਰ ਕਹਿੰਦੇ ਹੁੰਦੇ ਵੀ ਜਿਹੜੀ ਗੰਢ ਪੈ ਜਾਂਦੀ ਹੈ, ਬੇਸ਼ੱਕ ਉਹ ਜੁੜ ਗਿਆ ਲੇਕਿਨ ਉਹ ਰੜਕਦੀ ਰਹਿੰਦੀ ਹੈ। ਜੇ ਇੰਨੇ ਸਾਲ ਉਹਨਾਂ ਨੇ ਆਪਣੀ ਸਾਰੀ ਉਮਰ ਜਿਹੜੀ ਆ, ਹੁਣ ਜਿਵੇਂ ਤੁਸੀਂ ਕਹਿੰਦੇ ਸੀ ਵੈਸੇ ਤਾਂ ਆਦਾਨ ਪ੍ਰਦਾਨ ਹੁੰਦਾ ਵੀ ਮਾਂ ਬੋਲੀ ਨੇ ਉਹਨਾਂ ਦੀ ਸੇਵਾ ਕੀਤੀ ਕਿ ਉਹਨਾਂ ਨੇ ਮਾਂ ਬੋਲੀ ਦੀ ਸੇਵਾ ਕੀਤੀ, ਇਹ ਵੈਸੇ ਪਰਸਪਰ ਸਫਰ ਹੈ। ਪਰ ਇਹਦੇ ਵਿੱਚ ਕੀ ਸਾਹਮਣੇ ਆਉਂਦਾ ਇਹਦੇ ਬਾਰੇ ਹਜੇ ਕੁਝ ਨਹੀਂ ਅਸੀਂ ਜਾਣ ਸਕਦੇ। ਉਹੀ ਗੱਲ ਨਾ ਕਿ ਜਿਹੜੀ ਮੈਨੂੰ ਇੱਕ ਜਿਹੜੀ ਬੜੀ ਮੰਦਭਾਗੀ ਚੋਂ ਸਾਰਾ ਲੱਗ ਰਿਹਾ ਕਿ ਉਸ ਉਮਰ ਦੇ ਆ ਕੇ ਜਿੱਥੇ ਗੁਰਦਾਸ ਮਾਨ ਕੋਲੇ ਸਟੇਜ ਤੋਂ ਆ ਕੇ ਇਸ ਚੀਜ਼ ਨੂੰ ਰਿਕਵਰ ਕਰਨ ਦਾ ਬਹੁਤਾ ਸਮਾਂ ਨਹੀਂ ਹੈ, ਉੱਥੇ ਆ ਕੇ ਇਹੋ ਜਿਹੀ ਗੱਲ ਕਰ ਜਾਣਾ, ਮੇਰਾ ਖਿਆਲ ਹੈ ਕਿ ਜਿਵੇਂ ਕਿ ਤੁਸੀਂ ਕਿਹਾ ਕਿ ਪਾਤਰ ਸਾਹਿਬ ਹੁਣਾਂ ਨੇ ਕਿਹਾ ਕਿ ਆਸ ਨਹੀਂ ਸੀ ਕੀਤੀ ਜਾ ਸਕਦੀ, ਗੁਰਦਾਸ ਮਾਨ ਸਾਹਿਬ ਕੋਲੋਂ ਇਹੋ ਜਿਹੀ ਆਸ ਨਹੀਂ ਸੀ ਕਿ ਸਟੇਜ ਦੇ ਉੱਤੋਂ ਇਹੋ ਜਿਹੀ ਭਾਸ਼ਾ ਉਹ ਬੋਲਣ। ਇੱਕ ਜਿਹੜੀ ਪਬਲਿਕ ਫਿਗਰ ਆ ਜੀ, ਪਬਲਿਕ ਫਿਗਰ ਦਾ ਆਪਣਾ ਇਮੇਜ ਮੇਨਟੇਨ ਕਰਨ ਲਈ ਉਹਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ ਜੀ। ਇਤਿਹਾਸ ਦੇ ਵਿੱਚ ਦੇਖਿਆ ਗਿਆ ਵੀ ਬੰਦਿਆਂ ਦਾ ਸਾਰੀ ਉਮਰ ਠੀਕ ਸਟੈਂਡ ਹੁੰਦਾ, ਪਰ ਇੱਕ ਸਟੈਂਡ ਗਲਤ ਲੈਣ ਦੇ ਨਾਲ ਉਹ ਕਿੱਥੇ ਇਤਿਹਾਸ ਦੇ ਵਿੱਚ ਉਹਨਾਂ ਨੇ ਮਤਲਬ ਉਹਨਾਂ ਦਾ ਨਾਂ ਫੁੱਲਾਂ ਵਾਂਗੂ ਚਮਕਣਾ, ਕਿੱਥੇ ਉਹ ਕੂੜੇਦਾਨ ਡਸਟਬਿਨ ਦਾ ਸ਼ਿੰਗਾਰ ਬਣਦੇ ਨੇ, ਆਪਣੇ ਵਿਚਾਰਾਂ ਕਰਕੇ ਵੀ ਬਣਦੇ ਨੇ। ਜਿਹੜਾ ਵਿਚਾਰ ਆ ਨਾ ਇੱਕ ਬੋਲੀ ਤੇ ਇੱਕ ਦੇਸ਼ ਵਾਲਾ, ਐਕਚੁਅਲੀ ਇਹ ਲੋਕ ਵਿਰੋਧੀ ਵਿਚਾਰ ਆ, ਇਹ ਲੋਕ ਪੱਖੀ ਵਿਚਾਰ ਨਹੀਂ ਹੈਗਾ, ਅਨਲੈਸ ਉੱਥੇ ਸੱਭਿਆਚਾਰੀ ਇੱਕ ਤਰ੍ਹਾਂ ਦਾ ਹੋਵੇ, ਫਿਰ ਤਾਂ ਇਹ ਗੱਲ ਕਹੀ ਜਾ ਸਕਦੀ ਹੈ। ਪਰ ਇਹ ਵਿਚਾਰ ਇਹ ਸੰਵਾਦ ਰਾਹੀਂ ਪਤਾ ਲੱਗਦਾ, ਇਸ ਤਰ੍ਹਾਂ ਇੱਕ ਦੂਜੇ ਤੇ ਤੂਮਤਾਂ ਲਾ ਕੇ ਨਹੀਂ ਪਤਾ ਲੱਗਦਾ ਹੈਗਾ। ਬਾਕੀ ਜੀ ਇਹ ਭਾਵੇਂ ਆਪਾਂ ਕਹਿਤਾ ਵੀ ਪ੍ਰੋਟੈਸਟ ਵਾਲਾ ਐਕਸਟ੍ਰੀਮ ਆ, ਪਰ ਇੱਥੇ ਹਰੇਕ ਕਿਸ ਦਾ ਰਾਈਟ ਆ ਜੀ, ਹਰੇਕ ਕਿਸੇ ਨੂੰ ਹੱਕ ਆ। ਬਿਲਕੁਲ, ਜਿਵੇਂ ਕਬੀਰ ਸਾਹਿਬ ਦਾ ਸ਼ਲੋਕ ਹੈ ਨਾ ਕਿ ਅਭੀ ਤੋਂ ਨਾ ਸੁਬੰਧ ਮੇਂ ਕਿਆ ਜਾਣੇ ਕਿਆ ਹੋਏ। ਇਹ ਤਾਂ ਜਿਹੜੀ ਜ਼ਿੰਦਗੀ ਦਾ ਸਫ਼ਰ, ਅੱਜ ਆਪਾਂ ਇੱਥੇ ਬੈਠੇ ਗੱਲਾਂ ਕਰ ਰਹੇ ਹਾਂ, ਕਿਸੇ ਦਾ ਕੀ ਹੋ ਜਾਣਾ ਕਿਸੇ ਬਾਰੇ ਨਹੀਂ ਹੈ ਪਤਾ ਕਿਹਾ ਜਾ ਸਕਦਾ। ਪਰ ਖੈਰਾ ਸਾਹਿਬ ਆਪਣੇ ਕੋਲੇ ਕੁਝ ਮਿੰਟ ਬਾਕੀ ਹੈ, ਜੇ ਇਹਨੂੰ ਇਕੱਠਾ ਕਰਕੇ ਸਮੇਟ ਕੇ ਆਪਾਂ, ਜੇ ਸਾਡੇ ਸਾਰੇ ਦਰਸ਼ਕ ਸਾਨੂੰ ਵਾਚ ਕਰ ਰਹੇ, ਬਹੁਤ ਸਾਰੀਆਂ ਕਾਲਸ ਆ ਰਹੀਆਂ, ਮੈਂ ਉਹਨਾਂ ਦੇ ਲਈ ਮਾਫੀ ਮੰਗਦਾ ਕਿ ਅਸੀਂ ਕਾਲਸ ਨਹੀਂ ਲੈ ਸਕਦੇ, ਸਮਾਂ ਬੜਾ ਥੋੜਾ ਸੀ, ਵਿਸ਼ਾ ਬੜਾ ਵਿਸ਼ਾਲ ਹੈ, ਤੇ ਨਾਲ ਦੀ ਨਾਲ ਸਾਡੇ ਜਿਹੜੇ ਮਾਹਿਰ ਪਹੁੰਚੇ ਨੇ ਉਹਨਾਂ ਦੀਆਂ ਵੀ ਗੱਲਾਂ ਜਿਹੜੀਆਂ ਸੁਣਨੀਆਂ ਬਹੁਤ ਜ਼ਰੂਰੀ ਸੀ, ਇਸ ਕਰਕੇ ਮਾਫੀ ਦੇ ਮੈਂ क्षमा ਮੰਗਦਾ।
ਪਰ ਜੇ ਇਹਨੂੰ ਸਮੇਟਣਾ ਹੋਵੇ ਤਾਂ ਮੈਂ ਚਰਨਜੀਤ ਜੀ ਤੁਹਾਡੇ ਤੋਂ ਵੀ ਜਾਣਨਾ ਚਾਹਣਾ ਤੇ ਤੁਸੀਂ 1-2 ਮਿੰਟ ਦੇ ਵਿੱਚ ਕੀ ਇਹਦੇ ਵਿੱਚੋਂ ਕੰਕਲੂਜਨ ਕੱਢਦੇ ਕੀ ਸਿੱਟਾ ਕੀ ਨਿਕਲ ਕੇ ਆ ਰਿਹਾ ਅਸਲ ਦੇ ਵਿੱਚ ਜਿਹੜੀ ਇਹ ਕਲਾਕਾਰਾਂ ਦੀ ਜਿਹੜੀ ਕੰਟਰੋਵਰਸੀ ਚੱਲ ਰਹੀ ਆ ਪਿੱਛੇ ਜਿਹੜਾ ਆਪਾਂ ਬਹੁਤ ਸਾਰੇ ਤੁਸੀਂ ਵੀ ਸ਼ੋਅ ਕੀਤੇ ਹੋਣੇ ਆ ਲੱਚਰਤਾ ਦੇ ਬਾਰੇ ਜਾਂ ਹਥਿਆਰਾਂ ਦੇ ਨਸ਼ੇ ਨੂੰ ਪ੍ਰਮੋਟ ਕਰਨ ਬਾਰੇ ਗਾਇਕਾਂ ਦੇ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਅਸੀਂ ਵੀ ਸ਼ੋਅ ਕਰ ਚੁੱਕੇ ਆ ਪਰ ਉਹ ਨਵਾਂ ਹੀ ਜਿਹੜਾ ਮੋੜ ਖੜਾ ਹੋ ਗਿਆ ਪੰਜਾਬੀ ਭਾਸ਼ਾ ਦਾ ਮਾਂ ਬੋਲੀ ਦਾ ਹੋ ਗਿਆ ਜਾਂ ਦੂਜੇ ਪਾਸੇ ਆਪਾਂ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ ਵੀ ਇਤਿਹਾਸ ਦੇ ਵਿੱਚੋਂ ਸਾਡੇ ਸਤਿਕਾਰਤ ਪਾਤਰਾਂ ਨੂੰ ਚੱਕ ਕੇ ਤੁਲਨਾ ਕੀਤੀ ਜਾ ਰਹੀ ਹੈ ਕਾਮ ਦੇ ਇਨਸਾਨ ਦੇ ਨਾਲ ਉਹ ਬੜਾ ਮਸਲਾ ਜਿਹੜਾ ਉਲਝਿਆ ਹੋਇਆ ਕੀ ਤੁਸੀਂ ਕਹਿਣਾ ਚਾਹੁੰਦੇ ਇਹਦੇ ਵਿੱਚ ਜੇ ਤੇ ਆਪਾਂ ਜਿਹੜੀਆਂ ਆਪਣੇ ਐਲੀ ਹੋਣਾ ਦੀ ਗੱਲ ਕਰੀਏ ਐਲੀ ਮੰਗਟ ਹੋਰਾਂ ਦੀ ਗੱਲ ਕਰੀਏ ਜਾਂ ਰਮੀ ਰੰਧਾਵਾ ਹੋਰਾਂ ਦੀ ਗੱਲ ਕਰੀਏ ਬੜੀ ਮੰਦਭਾਗੀ ਗੱਲ ਹੈ ਕਿ ਜਿਵੇਂ ਬਰਾੜ ਸਾਹਿਬ ਨੇ ਕਿਹਾ ਕਿ ਭਾਵੇਂ ਉਹ ਰੋਲ ਮਾਡਲ ਬਣਨ ਦੇ ਕਾਬਿਲ ਨਹੀਂ ਪਰ ਸਾਡੇ ਬੱਚੇ ਨਾ ਰੋਲ ਮਾਡਲ ਸਮਝਦੇ ਨੇ ਹਾਂਜੀ ਹੁਣ ਐਲੀ ਰੰਧਾਵਾ ਆਪਣੇ ਮੰਗਟ ਹੋਣਾ ਦੀ ਜਿਹੜੀ ਹੈ ਉਹ ਸ਼ਰਾਬੀ ਹਾਲਤ ਦੇ ਵਿੱਚੋਂ ਪੋਸਟਾਂ ਪਾਉਣੀਆਂ ਫਿਰ ਗਾਲਾਂ ਕੱਢਣੀਆਂ ਫਿਰ ਉਹ ਸਾਡੇ ਬੱਚੇ ਰੋਲ ਮਾਡਲ ਉਹਨਾਂ ਨੂੰ ਭਾਵੇਂ ਸਾਡੀ ਮਰਜ਼ੀ ਦੇ ਵਿਰੋਧ ਆ ਭਾਵੇਂ ਉਹ ਗਲਤ ਆ ਠੀਕ ਆ ਉਹਨਾਂ ਨੂੰ ਮੰਨਦੇ ਨੇ ਤੇ ਉਹ ਸਾਡੇ ਬੱਚਿਆਂ ਤੇ ਬਹੁਤ ਬੁਰਾ ਅਸਰ ਪੈ ਸਕਦਾ ਪਰ ਇਸ ਸਾਰੇ ਕਸ ਦੇ ਵਿੱਚ ਜਿਹੜੀ ਗੱਲ ਇੱਕ ਮੈਨੂੰ ਜਿਹੜੀ ਆਸ ਬਣਾਉਂਦੀ ਹੈ ਥੋੜੀ ਜਿਹੀ ਉਹ ਇਹ ਹੈ ਕਿ ਮੂਸੇਵਾਲੇ ਦੇ ਜਿਹੜਾ ਚੱਕਰ ਦੇ ਵਿੱਚ ਮੂਸੇਵਾਲੇ ਦੇ ਗੀਤ ਜਿਨ੍ਹਾਂ ਨੂੰ ਮੈਂ ਕਦੇ ਵੀ ਜਿਹੜਾ ਉਹਨਾਂ ਨੂੰ ਪਸੰਦ ਨਹੀਂ ਕਰਦਾ ਕਿਉਂਕਿ ਸਾਡੇ ਬੱਚਿਆਂ ਨੂੰ ਗਲਤ ਪਾਸੇ ਨੂੰ ਪਾਉਂਦੇ ਨੇ ਹਥਿਆਰ ਚੁੱਕਣ ਦੀ ਗੱਲ ਕਰਦੇ ਨੇ ਜੀ ਪਰ ਲੋਕਾਂ ਨੇ ਉਸ ਐਕਸਾਈਟ ਹੋ ਕੇ ਉਸ ਦੀ ਮਾਂ ਨੂੰ ਜਿਹੜਾ ਸੀ ਉਸ ਮਾਤਾ ਨੂੰ ਸਰਪੰਚ ਬਣਾਇਆ ਪਿੰਡ ਦਾ ਹਾਂਜੀ ਜਿਹੜਾ ਕਿ ਬੜੀ ਇੱਕ ਹਾਸੋਹੀਣੀ ਗੱਲ ਲੱਗ ਰਹੀ ਸੀਗੀ ਲੇਕਿਨ ਅੱਜ ਜਦੋਂ ਰੌਲਾ ਪਿਆ ਹੈ ਤੇ ਉਹਨਾਂ ਹੀ ਲੋਕਾਂ ਨੇ ਜਾ ਕੇ ਉਸ ਮਾਤਾ ਦਾ ਘਰਾਓ ਕਰਕੇ ਮਾਫੀ ਵੀ ਮੰਗਵਾਈ ਹੈ ਇਹਦਾ ਮਤਲਬ ਇਹ ਹੈ ਕਿ ਜੇ ਲੋਕੀ ਆਈ ਤੇ ਆ ਜਾਣ ਹਾਂਜੀ ਤਾਂ ਹੀਰੋ ਵੀ ਬਣਾ ਸਕਦੇ ਆ ਤੇ ਆਈ ਤੇ ਆ ਜਾਣ ਤੇ ਤੁਹਾਨੂੰ ਜ਼ੀਰੋ ਵੀ ਬਣਾ ਸਕਦੇ ਆ ਮੇਰਾ ਖਿਆਲ ਹੈ ਕਿ ਜੇ ਸਾਡੇ ਜਿਹੜੇ ਬੱਚੇ ਨੇ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਸਿਰਫ ਉਠਾਉਣ ਦੀ ਜਿਹੜੀ ਹੈ ਦੂਸਰੇ ਪਾਸੇ ਜਿਹੜੇ ਸਾਡੇ ਵਰਗੇ ਲੇਖਕ ਨੇ ਹਾਂਜੀ ਕਿਤੇ ਨਾ ਕਿਤੇ ਸਾਡੀ ਜ਼ਰੂਰ ਕਮਜ਼ੋਰੀ ਹੈ ਕਿ ਅਸੀਂ ਜਿਹੜਾ ਉਹੋ ਜਿਹੇ ਜਿਹੜੇ ਗਾਇਕ ਨੇ ਲੱਚਰ ਲਿਖਣ ਵਾਲੇ ਨੇ ਅਸੀਂ ਉਹਨਾਂ ਲਈ ਪੇੜ ਖੁੱਲਾ ਛੱਡ ਕੇ ਆਪ ਜਿਹੜਾ ਸੀ ਸਿਰਫ ਉਹਨਾਂ ਨੂੰ ਕੋਸਣ ਤੱਕ ਹੀ ਰਹਿ ਗਏ ਆ ਅਸੀਂ ਉਹਨਾਂ ਨੂੰ ਕੋਈ ਬਦਲ ਨਹੀਂ ਦਿੱਤਾ ਹਾਂਜੀ ਕਿ ਅਸੀਂ ਇਹੋ ਜਿਹੇ ਗੀਤ ਜਿਹੜੇ ਪੇਸ਼ ਕਰਕੇ ਕਰ ਸਕੀਏ ਸਾਨੂੰ ਵੀ ਇਹ ਜਿਹੜਾ ਲੇਖਕਾਂ ਨੂੰ ਵੀ ਉੱਠਣਾ ਚਾਹੀਦਾ ਔਰ ਲੋਕਾਂ ਨੂੰ ਵੀ ਉੱਠਣਾ ਚਾਹੀਦਾ ਕਿ ਭਾਈ ਅਸੀਂ ਇਹ ਜਿਹੜੇ ਬੰਦੇ ਨੇ ਜਿਨ੍ਹਾਂ ਨੂੰ ਅਸੀਂ ਕੁਝ ਸਮਝਦੇ ਸੀ ਅੰਦਰੋਂ ਕੁਝ ਨਿਕਲ ਰਹੇ ਨੇ ਅਸੀਂ ਇਹਨਾਂ ਨੂੰ ਨੱਥ ਕਿਵੇਂ ਪਾਉਣੀ ਪਰ ਜਿਹੜੇ ਲੋਕਾਂ ਦੇ ਸਾਹਮਣੇ ਤੁਹਾਡੇ ਇਸੇ ਗੱਲ ਤੇ ਮੈਂ ਉਹਦਾ ਜਿਵੇਂ ਰਿਐਕਸ਼ਨ ਕਰ ਰਿਹਾ ਕਿ ਵੀ ਲੋਕ ਇਹ ਗੱਲ ਕਹਿੰਦੇ ਨੇ ਵੀ ਜਿਹੇ ਜਿਹਾ ਪਰੋਸ ਕੇ ਸਾਡੇ ਸਾਹਮਣੇ ਰੱਖਿਆ ਜਾਂਦਾ ਅਸੀਂ ਖਾਣ ਲਈ ਮਜਬੂਰ ਆ ਜਦੋਂ ਪਰੋਸਿਆ ਹੀ ਨਹੀਂ ਚੰਗਾ ਜਾਏਗਾ ਤਾਂ ਫਿਰ ਤੁਸੀਂ ਕੀ ਉਮੀਦ ਕਰਦੇ ਹੋ ਵੀ ਅਸੀਂ ਚੰਗਾ ਖਾ ਪਾਵਾਂਗੇ ਮੈਂ ਹੁਣ ਗੱਲ ਜਿਹੜੀ ਆ ਮੈਨੂੰ ਅਚਾਨਕ ਮੇਰੇ ਮਨ 'ਚ ਆ ਗਈ ਹੈ ਕਿ ਜਦੋਂ ਭਗਤ ਸਿੰਘ ਹੁਣੀ ਜੇਲ੍ਹ ਵਿੱਚ ਸੀਗੇ ਹਾਂਜੀ ਉਹਦੇ ਵਿੱਚ ਉਹਨਾਂ ਨੂੰ ਜਿਹੜਾ ਖਾਣਾ ਪਰੋਸਿਆ ਜਾਂਦਾ ਸੀਗਾ ਉਹ ਬੜਾ ਜਿਹੜਾ ਸੀ ਘਟੀਆ ਕਿਸਮ ਦਾ ਸੀਗਾ ਤੇ ਉਹਦੇ ਵਿੱਚ ਜਤਿੰਦਰ ਨਾਥ ਨੂੰ ਆਪਣੀ ਬਲੀ ਦੇਣੀ ਪਈ ਸੀ ਭੁੱਖ ਹੜਤਾਲ ਕਰਕੇ ਕਿ ਅਸੀਂ ਇਹੋ ਜਿਹਾ ਖਾਣਾ ਕਦੇ ਨਹੀਂ ਖਾਵਾਂਗੇ ਹਾਂਜੀ ਸਾਡੇ ਕੋਲ ਚੋਇਸ ਹੈ ਕਿ ਅਸੀਂ ਉਹਨਾਂ ਨੂੰ ਕਹੀਏ ਕਿ ਭਾਈ ਇਹ ਜੋ ਪਰੋਸਿਆ ਜਾ ਰਿਹਾ ਅਸੀਂ ਇਸ ਥਾਲੀ ਨੂੰ ਠੁੱਡ ਮਾਰਦੇ ਮਤਲਬ ਲੋਕ ਆਵਾਜ਼ ਦੇ ਵਿੱਚ ਦਮ ਹੋਣਾ ਜੀ ਚਰਨਜੀਤ ਜੀ ਦੇਖੋ ਅਲੱਗ-ਅਲੱਗ ਫਰੰਟਾਂ ਤੋਂ ਜਿਹੜੇ ਛੋਟੇ ਕਲਚਰ ਨੇ ਜਿਹੜੇ ਸੱਤਾ ਤੇ ਨਹੀਂ ਤੇ ਜਿਹੜੇ ਸੱਤਾ ਤੇ ਕਾਬਜ ਕਲਚਰ ਨੇ ਉਹ ਦੂਜਿਆਂ ਨੂੰ ਤਬਾਹ ਕਰ ਰਹੇ ਨੇ ਮੈਂ ਥੋੜੀ ਜੀ ਸਮਾਂ ਤੁਹਾਡੇ ਕੋਲ ਥੋੜਾ ਪਰ ਮੈਨੂੰ ਸਮਾਂ ਲੈਣਾ ਪੈਣਾ ਸੰਗੀਤ ਦੇ ਰੂਪ ਚ ਕਿਵੇਂ ਸਾਡੇ ਸਾਹਮਣੇ ਆ ਰਿਹਾ ਸੰਗੀਤ ਦੇ ਰੂਪ ਦੇ ਵਿੱਚ ਇਹ ਹੁੰਦਾ ਵੀ ਇੱਕ ਟਿਊਨ ਜਿਹੜੀ ਬੰਦੇ ਦੇ ਮਨ ਦੇ ਅੰਦਰ ਜਾਂਦੀ ਆ ਸਾਹਿਤ ਸੰਗੀਤ ਨੂੰ ਹੀ ਮਤਲਬ ਵਰਤ ਕੇ ਸਾਡੇ ਵੱਡੇ ਵਡੇਰਿਆਂ ਨੇ ਬਾਣੀ ਦੇ ਰੂਪ ਸਾਡੇ ਸਾਹਮਣੇ ਰੱਖਿਆ ਤੁਸੀਂ ਖੁਦ ਗੱਲ ਕੀਤੀ ਆ ਸੰਗੀਤ ਦੇ ਵਿੱਚ ਪਰੋ ਕੇ ਕਿਉਂਕਿ ਉਹ ਸ਼ਬਦ ਕਿਹਾ ਜਾਵੇ ਤਾਂ ਉਹ ਖੜਵਾ ਲੱਗਦਾ ਸੰਗੀਤ ਦੇ ਰੂਪ ਦੇ ਵਿੱਚ ਪਰੋ ਕੇ ਉਹ ਸਿੱਧਾ ਅੰਦਰ ਚਲਾ ਜਾਂਦਾ ਦਿਮਾਗ ਤੇ ਅਸਰ ਕਰਦਾ ਕੰਨਾਂ ਰਾਹੀਂ ਇਸੇ ਕਰਕੇ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਹਨਾਂ ਨੇ ਉਹੀ ਵਿਧਾ ਵਰਤ ਕੇ ਉਹੀ ਜਿਹੜਾ ਸੰਗੀਤ ਆ ਉਹਦੇ ਰਾਹੀਂ ਮਨ ਤੇ ਅਸਰ ਪਾਉਣ ਦੇ ਲਈ ਮਤਲਬ ਇਹ ਆਪਣਾ ਮਾੜਾ ਸੱਭਿਆਚਾਰ ਪੇਸ਼ ਕਰ ਰਹੇ ਨੇ ਕਿਵੇਂ ਬਈ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨਹੀਂ ਉਹਨਾਂ ਨੂੰ ਪਤਾ ਹੈ ਵੀ ਇਹ ਲੋਕਾਂ ਦੀ ਧੁਨ ਪਰ ਜਦੋਂ ਅਸੀਂ ਟੀਵੀ ਤੇ ਦੇਖਦੇ ਹਾਂ ਨਾ ਉਹਦੀ ਗੁੱਤ ਹੁੰਦੀ ਹੈ ਤੇ ਨਾ ਉਹਦਾ ਪਰਾਂਦਾ ਹੁੰਦਾ ਜੁੱਤੀ ਝਾੜ ਕੇ ਚੜੀ ਮਟਿਆਰੇ ਗੱਡੀ ਆ ਸ਼ਕੀਨ ਜੱਟ ਦੀ ਨਾ ਉੱਥੇ ਮਿੱਟੀ ਆ ਨਾ ਉੱਥੇ ਜੁੱਤੀ ਆ ਉੱਥੇ ਟੇਢਾ ਵਿੰਗਾ ਡਾਂਸ ਹੋ ਰਿਹਾ ਮਤਲਬ ਉਹ ਸਾਡੇ ਬੱਚੇ ਜਿਹੜਾ ਡਾਂਸ ਕਰਦੇ ਆ ਉਹ ਲੋਕ ਧੁਨਾਂ ਜਿਹੜੀਆਂ ਉਹਨੂੰ ਸਮਝ ਕੇ ਡਾਂਸ ਕਰ ਰਹੇ ਉਹਨਾਂ ਨੂੰ ਪਤਾ ਨਹੀਂ ਸ਼ਬਦਾਂ ਰਾਹੀਂ ਸਾਡੇ ਸਾਹਮਣੇ ਕੀ ਚੱਲ ਰਹੀ ਹੈ ਨਹੀਂ ਜੀ ਉਹਨਾਂ ਨੂੰ ਕੁਝ ਨਹੀਂ ਪਤਾ ਜੇ ਅਸੀਂ ਸੱਭਿਆਚਾਰ ਨੂੰ ਅਮੀਰ ਬਣਾਉਣਾ ਰਾਖੀ ਕਰਨੀ ਹੈ ਸਾਨੂੰ ਵਿਰਸੇ ਤੋਂ ਜ਼ਰੂਰ ਥੋੜੀ ਬਹੁਤ ਸੇਧ ਲੈ ਕੇ ਉਹਨੂੰ ਵਿਗਿਆਨਕ ਵਿਚਾਰਧਾਰਾ ਦੇ ਵਿੱਚ ਪਰੋ ਕੇ ਤੇ ਲੋਕ ਸੰਘਰਸ਼ਾਂ ਦੇ ਵਿੱਚ ਪਰੋ ਕੇ ਵੀ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਣਾ ਇਹਨੂੰ ਮਰਨ ਨਹੀਂ ਦੇਣਾਗਾ ਇਹ ਅੱਗੇ ਫਿਊਚਰ ਨੇ ਫੈਸਲਾ ਕਰਨਾ ਹੈ ਜਿੱਧਰ ਮਰਜ਼ੀ ਜਾ ਰਿਹਾ ਜਿਹੜਾ ਕੁਝ ਮਰਜ਼ੀ ਹੋ ਜੇ ਪਰ ਸਟਰਗਲ ਕਰਨਾ ਸਟਰਗਲ ਦੇ ਵਿੱਚੋਂ ਬਹੁਤ ਕੁਝ ਚੰਗਾ ਨਿਕਲਦਾ ਜਿਵੇਂ ਤੁਸੀਂ ਦੱਸਿਆ ਨਾ ਕਿ ਵੀ ਅਸੀਂ ਜਿਵੇਂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਕਿਉਂਕਿ ਸਾਡਾ ਅਸੀਂ ਮੁੱਢ ਜਿਹੜਾ ਅਸੀਂ ਮੰਨਦੇ ਹਾਂ ਕਿ ਸਾਡੇ ਪੰਜਾਬੀ ਜਾਂ ਮਾਂ ਬੋਲੀ ਜਿਹੜੀ ਆ ਉਹ ਜਿਵੇਂ ਇੱਕ ਕਾਲਰ ਨੇ ਵੀ ਦੱਸਿਆ ਉੱਥੋਂ ਸ਼ੁਰੂ ਹੁੰਦਾ ਜਿਵੇਂ ਸੰਗੀਤ ਦੀ ਗੱਲ ਕੀਤੀ ਕਿ ਸੰਗੀਤ ਜਿਹੜਾ ਹੁਣ ਜੇ ਆਪਾਂ
31 ਰਾਗ ਜਿਹੜੇ ਉਹ ਉਪਲਬਧ ਸਾਨੂੰ ਮਿਲਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸਾਡੇ ਜਿਹੜੇ ਗੁਰੂ ਪੀਰਾਂ ਨੇ ਸਾਨੂੰ ਦਿੱਤੇ ਨੇ, ਉਹਨਾਂ ਤੋਂ ਧੁਨਾਂ ਬਣਾ ਕੇ, ਉਹਨਾਂ ਤੋਂ ਤਰਜ਼ਾਂ ਬਣਾ ਕੇ ਸਾਡੇ ਜਿਹੜੇ ਗੁਰਬਾਣੀ ਦੇ ਵਿੱਚ ਸ਼ਬਦ ਦਰਜ ਆ, ਅਸੀਂ ਸੁਣਦੇ ਵੀ ਹਾਂ। ਹਰ ਰੋਜ਼ ਅਸੀਂ TV ਰੇਡੀਓ ਸਾਰੇ ਕਿਤੇ ਸੁਣਦੇ ਹਾਂ। ਲੇਕਿਨ ਉਹਨਾਂ ਰਾਗਾਂ ਤੋਂ ਹੁਣ ਅੱਜ ਕੱਲ੍ਹ ਰਾਗਦਾਰੀ ਵੀ ਨਹੀਂ ਰਹੀ। ਸ਼ਬਦਾਵਲੀ ਤਾਂ ਚਲੋ ਗਾਇਬ ਹੋ ਹੀ ਗਈ, ਰਾਗ ਦਾ ਪਤਾ ਨਹੀਂ ਕਿੱਥੇ ਕਿੱਧਰ ਨੂੰ ਕੀ ਹੋ ਜਾਂਦਾ, ਕਿਸੇ ਨੂੰ ਕੁਝ ਨਹੀਂ ਪਤਾ। ਲੇਕਿਨ ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਵੀ ਉਹ ਲੜਦਿਆਂ ਦੀਆਂ ਗਾਲਾਂ ਤੇ ਗਾਉਂਦਿਆਂ ਦੀਆਂ ਸਿੱਠਣੀਆਂ, ਉਵੇਂ ਜਿਹੜੀ ਭਾਸ਼ਾ ਜਾਂ ਮਾਂ ਬੋਲੀ ਆ ਉਹ ਵੀ ਕਿਤੇ ਨਾ ਕਿਤੇ ਸਾਨੂੰ ਤਾਂ ਗਾਣਿਆਂ ਦੇ ਵਿੱਚ ਨਜ਼ਰ ਹੀ ਨਹੀਂ ਆ ਰਹੀ। ਜਿਹੜੇ ਪੁਰਾਣੇ ਸ਼ਬਦ ਨੇ, ਖਹਿਰਾ ਸਾਹਿਬ ਤੁਸੀਂ ਪਿੰਡਾਂ ਦੇ ਵਿੱਚੋਂ ਆਪਾਂ ਸਾਰੇ ਆਏ ਆ, ਕਿਤੇ ਸਾਨੂੰ ਤੁਸੀਂ ਇੱਕ ਵੀ ਗਾਣਾ, ਮੈਨੂੰ ਕੋਈ ਇੱਕ ਦਾ ਵੀ ਗਾਣਾ ਦੱਸ ਦਿਓ ਜਿਹਦੇ ਵਿੱਚ ਪੁਰਾਣੇ ਸ਼ਬਦਾਂ ਨੂੰ ਦੁਹਰਾਇਆ ਜਾਂ ਪੇਸ਼ ਕੀਤਾ ਗਿਆ ਹੋਵੇ। ਉਹ ਪੰਜਾਬੀ ਦਾ ਜਿਹੜਾ, ਪੰਜਾਬ ਦਾ ਜਿਹੜਾ ਵਿਰਸਾ, ਕਲਚਰ ਆ, ਸੱਭਿਆਚਾਰ ਆ, ਉਹ ਤਾਂ ਕਾਫੀ ਚਿਰ ਪਹਿਲਾਂ ਹੀ ਅਲੋਪ ਹੋਣਾ ਸ਼ੁਰੂ ਹੋ ਗਿਆ। ਅੱਜ ਕੱਲ ਜਿਹੜੇ ਗਾਣੇ ਵੀ ਪੰਜਾਬੀ ਦੇ ਵਿੱਚ ਆ ਰਹੇ ਆ ਤਾਂ ਉਹ ਗਾਣੇ ਕਿਸ ਤਰ੍ਹਾਂ ਦੇ ਆ ਕਿ ਵੀ ਤੂੰ ਬੂਫਰ ਹੈ ਤੇ ਮੈਂ ਤੇਰੀ ਗੱਡੀ ਆ, ਮੈਂ ਤਾਂ ਇਸ ਤਰ੍ਹਾਂ ਦੇ ਗਾਣੇ ਆ ਰਹੇ। ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਜਾਂਦੇ ਜਾਂਦੇ, ਬਈ ਕਈ ਵਾਰੀ ਲੋਕ ਸਾਹਮਣੇ ਜਿਹੜਾ ਦਿਸ ਰਿਹਾ ਹੁੰਦਾ ਨਾ, ਜਿਹੜਾ ਛੋਟਾ ਪਿਆਦਾ ਹੁੰਦਾ ਸਿਸਟਮ ਨੂੰ, ਲੋਕ ਉਹਨੂੰ ਜਲਦੀ ਹੱਥ ਪਾ ਲੈਂਦੇ ਨੇ। ਜੇ ਸੱਚੀ ਮੁੱਚੀ ਅਸੀਂ ਪੰਜਾਬੀ ਦੇ ਹਮਾਇਤੀ ਆ, ਅਸੀਂ ਜਿਹੜੀ ਹੋਰ ਸੱਭਿਆਚਾਰ ਠੋਸਿਆ ਜਾ ਰਿਹਾ ਉਹਦੇ ਵਿਰੋਧੀ ਆ, ਤਾਂ ਸਾਡੇ ਲੋਕ ਜਿਹੜੇ ਪ੍ਰੋਟੈਸਟ ਕਰਦੇ ਨੇ, ਮੇਰਾ ਉਹਨਾਂ ਨੂੰ ਸਵਾਲ, ਪ੍ਰੋਟੈਸਟ ਕਰਨਾ ਚਾਹੀਦਾ, ਉਹਨਾਂ ਦੀ ਗੱਲ ਵੀ ਠੀਕ ਹੋ ਸਕਦੀ ਹੈ, ਬਜਾਏ ਇਹਦੇ ਕਿ ਉਹ ਗੁਰਦਾਸ ਮਾਨ ਨੂੰ ਸਵਾਲ ਕਰਨ, ਉਹਨਾਂ ਨੂੰ ਵੀ ਕਰਨ। ਉਹ ਜਿਹੜੇ ਥੰਮ ਨੇ ਸੱਭਿਆਚਾਰ ਦੇ ਬੈਠੇ ਉੱਥੇ ਕੇਂਦਰ ਦੇ ਵਿੱਚ, ਜਿਹੜੇ ਸਾਰੇ ਸੱਭਿਆਚਾਰ ਨੂੰ ਰੋਲੀ ਜਾਂਦੇ ਨੇ, ਜਿਹੜੇ ਈਵਨ ਸਾਡਾ ਪੁਰਾਣਾ ਦੇਸ਼ ਦੇ ਸੈਂਟਰ 'ਚ ਆਦੀਵਾਸੀਆਂ ਦਾ ਸੱਭਿਆਚਾਰ ਆ ਉਹਨੂੰ ਰੋਲੀ ਜਾਂਦੇ ਨੇ, ਉਹਨਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ? ਸੰਘਿਆ ਦੇ ਖਿਲਾਫ, ਕਿਉਂਕਿ ਉਹ ਬੋਲਣਾ ਔਖਾ। ਗੁਰਦਾਸ ਮਾਨ ਦੇ ਖਿਲਾਫ ਬੋਲਣਾ ਸੌਖਾ, ਵੀ ਇੱਥੇ ਉਹ ਟਿਕਟਾਂ ਵੇਚਣ ਆਇਆ, ਠੀਕ ਹੈ, ਉਹਦਾ ਵਿਚਾਰ ਗੁਰਦਾਸ ਮਾਨ ਦਾ ਗਲਤ ਆ। ਦਲੀਲ ਦੇ ਨਾਲ, ਸੰਵਾਦ ਦੇ ਨਾਲ, ਉਹ ਲੋਕਾਂ ਦਾ ਗਾਇਕ ਆ, ਉਹਨੂੰ ਲੋਕਾਂ ਦਾ ਗਾਇਕ ਆ, ਉਹਨੂੰ ਪਿਆਰ ਸਤਿਕਾਰ ਨਾਲ ਸਮਝਾਇਆ ਜਾ ਸਕਦਾ ਵੀ ਭਾਈ ਇੱਥੇ ਆਓ, ਵਿਚਾਰ ਚਰਚਾ ਕਰੋ, ਅਸੀਂ ਭਾਸ਼ਾ ਵਿਗਿਆਨੀ ਬਿਠਾਉਣੇ ਆ, ਅਸੀਂ ਸਮਾਜਿਕ ਵਿਗਿਆਨੀ ਬਿਠਾਉਣੇ ਆ, ਸੰਵਾਦ ਕਰ ਭਾਈ, ਆਪਣੀ ਗੱਲ ਸਹੀ ਸਾਬਤ ਕਰ, ਵਿਚਾਰਾਂ ਦੇ ਆਧਾਰ ਤੇ ਗੱਲ। ਉਹਨੂੰ ਗਾਲਾਂ ਕੱਢਣੀਆਂ ਵੀ ਮਾੜੀਆਂ ਤੇ ਗੁਰਦਾਸ ਮਾਨ ਦੁਆਰਾ ਗਾਲਾਂ ਕੱਢਣੀਆਂ, ਮੰਦੀ ਭਾਸ਼ਾ ਬੋਲੀ ਗਈ ਆ, ਉਹ ਵੀ ਇੱਕ ਐਡੀ ਵੱਡੀ ਸੈਲੀਬ੍ਰਿਟੀ ਵੱਲੋਂ ਉਹ ਜਿਹੜੀ ਹਜਮ, ਬੜਾ ਸ਼ੁਕਰੀਆ ਤੁਸੀਂ ਸਟੂਡੀਓ ਦੇ ਵਿੱਚ ਆ ਕੇ ਆਪਣਾ ਸਮਾਂ ਕੱਢ ਕੇ ਤੁਸੀਂ ਬੜੇ ਚੰਗੇ ਵਿਚਾਰ ਸਾਡੇ ਦਰਸ਼ਕਾਂ ਤੱਕ ਸਾਂਝੇ ਕੀਤੇ ਆ, ਬਹੁਤ ਬਹੁਤ ਸ਼ੁਕਰੀਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਆਪਾਂ ਮਿਲਦੇ ਗਿਲਦੇ ਰਵਾਂਗੇ, ਤੁਹਾਨੂੰ ਸੱਦਾ ਪੱਤਰ ਦੇਵਾਂਗੇ। ਸੋ ਦਰਸ਼ਕੋ, ਮਾਫੀ ਇਸ ਗੱਲ ਦੀ ਕਿ ਅਸੀਂ ਤੁਹਾਡੇ ਫੋਨ ਕਾਲ ਜ਼ਿਆਦਾ ਨਹੀਂ ਲੈ ਰਹੇ, ਤੇ ਦੂਜੀ ਗੱਲ ਇਹ ਕਿ ਵਿਚਾਰ ਆਪੋ ਆਪਣੇ ਹੁੰਦੇ ਨੇ। ਜਿਹੜੇ ਸਾਡੇ ਸਟੂਡੀਓ ਦੇ ਵਿੱਚ ਸਾਡੇ ਮਹਿਮਾਨ ਆਏ ਆ, ਇਹਨਾਂ ਦੇ ਆਪਣੇ ਵਿਚਾਰ ਨੇ, ਮੇਰੇ ਆਪਣੇ ਵਿਚਾਰ ਨੇ। ਕਿਸੇ ਦੇ ਵਿਚਾਰਾਂ ਨਾਲ ਸਹਿਮਤ ਜਾਂ ਸਹਿਮਤ ਹੋਣਾ ਇਹ ਲਾਜ਼ਮੀ ਨਹੀਂ ਹੈ। ਇਸੇ ਤਰੀਕੇ ਦੇ ਨਾਲ ਬੁੱਧਵਾਰ ਨੂੰ 7 ਤੋਂ 8, ਹਰੇਕ ਬੁੱਧਵਾਰ ਨੂੰ 7 ਤੋਂ 8 ਨਵੇਂ ਵਿਸ਼ੇ ਤੇ ਨਵੇਂ ਮਹਿਮਾਨ ਦੇ ਨਾਲ ਤੁਹਾਡੇ ਅਸੀਂ ਰੂਬਰੂ ਹੁੰਨੇ ਆ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ। ਸ਼ੱਬਾ ਖੈਰ। This show is sponsored by Mo Sheikh of Etobicoke Motors and Kitchen